ਜਦੋਂ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ, ਉਹਦੇ ਵਿੱਚ ਪਹਿਲੀ ਘਟਨਾ ਸੀ 1 ਜੂਨ 2015। ਲੇਕਿਨ ਦੋਵੇਂ ਥਾਵਾਂ ਤੇ, ਪਹਿਲਾਂ ਕੋਟਕਪੂਰਾ ਦੇ ਵਿੱਚ ਤੇ ਬਾਅਦ ਦੇ ਵਿੱਚ ਬਹਬਲ ਕਲਾਂ ਦੇ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ। ਇੱਕ ਦੂਸਰੇ ਤੇ ਬਲੇਮ ਗੇਮ ਚੱਲ ਰਿਹਾ ਹੈ ਤੇ 7 ਸਾਲ ਹੋ ਗਏ ਜੀ। 7 ਸਾਲਾਂ ਦੇ ਵਿੱਚ ਇਹ ਵੀ ਡਿਸਾਈਡ ਨਹੀਂ ਹੋਇਆ ਕਿ ਇਹਨਾਂ ਕੇਸਾਂ ਦੀ ਤਫਤੀਸ਼ ਕੌਣ ਕਰੇਗਾ। ਟ੍ਰਾਇਲ ਹੋਣਾ ਚਾਹੀਦਾ ਹੈ। ਤਫਤੀਸ਼ ਸਹੀ ਹੈ, ਗਲਤ ਹੈ, ਇਹ ਟ੍ਰਾਇਲ ਦੇ ਵਿੱਚ ਪਤਾ ਚੱਲਣਾ ਹੈ, ਜਦੋਂ ਗਵਾਹ ਆਪਣੀ ਗਵਾਹੀ ਦੇਣਗੇ ਅਦਾਲਤ ਦੇ ਵਿੱਚ। ਲੇਕਿਨ ਇਹ ਗਵਾਹੀ ਤੋਂ ਡਰਦੇ ਨਹੀਂ ਜੀ। ਜਦੋਂ ਸ਼ੁਰੂ ਹੋ ਜਾਏਗੀ ਤਾਂ ਸਾਰਾ ਭੇਦ ਖੁੱਲ ਜਾਣਾ ਹੈ। ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਜੀ। 7 ਸਾਲਾਂ ਤੋਂ ਕੇਵਲ ਰਾਜਨੀਤੀ ਹੁੰਦੀ ਆਈ ਹੈ, ਹੁਣ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ ਔਰ ਗਵਾਹਾਂ ਦਾ ਬਿਆਨ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਿੱਚ ਹੋਣਾ ਚਾਹੀਦਾ ਹੈ। ਦੇਖੋ, 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਗੁਰਦੁਆਰਾ ਸਾਹਿਬ ਤੋਂ ਬੀੜ ਸਾਹਿਬ ਦੀ ਚੋਰੀ ਹੋਈ ਸੀ। ਉਹ ਬੇਅਦਬੀ ਦੀ ਸੀਰੀਜ਼ ਦੇ ਵਿੱਚ ਉਹ ਪਹਿਲੀ ਘਟਨਾ ਸੀਗੀ। ਜਦੋਂ 2015 ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ, ਉਹਦੇ ਵਿੱਚ ਪਹਿਲੀ ਘਟਨਾ ਸੀ 1 ਜੂਨ 2015। ਉਸ ਤੋਂ ਬਾਅਦ ਤੁਸੀਂ ਦੇਖੋ ਬਰਗਾੜੀ ਦੇ ਵਿੱਚ ਤੇ ਹੋਰ ਕਈ ਥਾਵਾਂ ਤੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਉਸ ਦੇ ਰੋਸ ਸਰੂਪ ਕੋਟਕਪੂਰਾ ਤੇ ਬਹਬਲ ਕਲਾਂ ਦੇ ਵਿੱਚ ਆਮ ਜਨਤਾ ਨੇ, ਸੰਗਤ ਨੇ ਪ੍ਰੋਟੈਸਟ ਕੀਤਾ। ਇਹ ਸਾਰਿਆਂ ਨੂੰ ਪਤਾ ਹੈ ਕਿ ਦੋਵੇਂ ਥਾਵਾਂ ਤੇ ਜਿਹੜਾ ਪ੍ਰੋਟੈਸਟ ਸੀਗਾ ਉਹ ਸ਼ਾਂਤੀਪੂਰਵਕ ਸੀ। ਸੰਗਤ ਵੱਲੋਂ ਕੋਈ ਵੀ ਇਨਸਟੀਗੇਸ਼ਨ ਨਹੀਂ ਸੀ। ਲੇਕਿਨ ਦੋਵੇਂ ਥਾਵਾਂ ਤੇ, ਪਹਿਲਾਂ ਕੋਟਕਪੂਰਾ ਦੇ ਵਿੱਚ ਤੇ ਬਾਅਦ ਦੇ ਵਿੱਚ ਬਹਬਲ ਕਲਾਂ ਦੇ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ, ਬਲ ਦਾ ਪ੍ਰਯੋਗ ਕੀਤਾ ਗਿਆ ਔਰ ਜੋ ਲੋਕ ਫੱਟਰ ਹੋਏ, ਜ਼ਖਮੀ ਹੋਏ ਜਾਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ, ਪਰਿਵਾਰ ਨੂੰ ਪੁੱਛਣ ਵਾਲਾ ਕੋਈ ਨਹੀਂ। 7 ਸਾਲ ਹੋ ਗਏ, ਦੇਖੋ 7 ਸਾਲ ਹੋ ਗਏ, ਠੀਕ ਹੈ। ਸਾਨੂੰ ਜਦੋਂ ਜ਼ਿੰਮੇਵਾਰੀ ਮਿਲੀ 2018 ਨਵੰਬਰ ਮਹੀਨੇ ਦੇ ਵਿੱਚ ਅਸੀਂ ਜਾਂਚ ਸ਼ੁਰੂ ਕੀਤੀ। ਜਾਂਚ ਸ਼ੁਰੂ ਕਰਨ ਉਪਰੰਤ 2019 ਦੇ ਵਿੱਚ ਪਹਿਲੀ ਗ੍ਰਿਫਤਾਰੀ ਜਨਵਰੀ ਮਹੀਨੇ ਦੇ ਵਿੱਚ ਤੇ 3 ਮਹੀਨਿਆਂ ਦੇ ਅੰਦਰ ਅਸੀਂ ਚਲਾਨ ਦੇ ਦਿੱਤਾ ਜੀ। ਉਸ ਤੋਂ ਬਾਅਦ ਸਪਲੀਮੈਂਟਰੀ ਚਲਾਨ 1, 2, 3 ਦੋਵੇਂ ਘਟਨਾਵਾਂ ਦੇ ਬਾਰੇ। ਜਦੋਂ ਫਰੀਦਕੋਟ ਦੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਿੱਚ ਚਾਰਜ ਫਰੇਮਿੰਗ ਤੇ ਬਹਿਸ ਸ਼ੁਰੂ ਹੋਣੀ ਸੀ, ਉਹ ਨਹੀਂ ਕਰਵਾਈ ਗਈ ਅਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਸਿਵਲ ਲਿਟੀਗੇਸ਼ਨ ਪਾ ਕੇ ਇਸ ਮਸਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਦੇਖੋ, ਸਰਕਾਰ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਵੀ ਨਹੀਂ ਕਿਹਾ, ਜੋ ਉਦੋਂ ਦੀ ਸਰਕਾਰ ਸੀਗੀ, ਕਿ ਚਲਾਨ ਟੂਕਟ ਹੋ ਗਿਆ ਹੈ, ਇਹਨਾਂ ਦੇ ਆਬਜੈਕਸ਼ਨ ਓਵਰ ਰੂਲ ਹੋ ਗਏ ਨੇ ਔਰ ਇਹਦੇ ਉੱਤੇ ਸੁਣਵਾਈ ਜ਼ਰੂਰੀ ਹੈ। ਦੇਖੋ, ਕ੍ਰਿਮੀਨਲ ਲਾਅ ਦਾ ਕੋਈ ਵੀ ਇੱਕ ਸਿਸਟਮ ਹੁੰਦਾ ਹੈ, ਇਸ ਮੁਲਕ ਦਾ ਇੱਕ ਸੰਵਿਧਾਨ ਹੈ, ਜਿਹਦੇ ਵਿੱਚ ਕਿਸੇ ਨੂੰ ਬਰੀ ਕਰਨਾ ਹੈ ਜਾਂ ਸਜ਼ਾ ਕਰਨੀ ਹੈ ਤਾਂ ਗਵਾਹਾਂ ਦਾ ਬਿਆਨ ਲੈਣਾ ਅਦਾਲਤ ਦੇ ਵਿੱਚ ਜ਼ਰੂਰੀ ਹੁੰਦਾ ਹੈ। ਇੱਥੇ ਕੋਈ ਬਿਆਨ ਨਹੀਂ ਹੋਇਆ, ਕੁਝ ਨਹੀਂ ਹੋਇਆ। ਸਿਰਫ ਸਰਕਾਰ ਨੇ ਆਮ ਜਨਤਾ ਨੂੰ ਗੁੰਮਰਾਹ ਕੀਤਾ ਤੇ ਜੋ 9 ਅਪ੍ਰੈਲ 2021 ਨੂੰ ਜੋ ਕੁਝ ਵੀ ਹੋਇਆ, ਮੈਂ ਨੌਕਰੀ ਤੋਂ ਇਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਸਰਕਾਰ ਨੇ 2 SITਆਂ ਦਾ ਗਠਨ ਕੀਤਾ। ਜਦੋਂ 2 SITਆਂ ਦਾ ਗਠਨ ਹੋਇਆ, ਇੱਕ ਬਹਬਲ ਕਲਾਂ ਵਾਸਤੇ ਤੇ ਇੱਕ ਕੋਟਕਪੂਰਾ ਵਾਸਤੇ, ਤੀਜੀ SIT ਚੱਲ ਰਹੀ ਸੀਗੀ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜੋ ਬੇਅਦਬੀ ਦੀ ਘਟਨਾ ਹੋਈ ਸੀ, ਜੋ ਪਹਿਲਾਂ ਕੇਸ CBI ਦੇ ਕੋਲ ਸੀਗਾ, ਉਹਦੇ ਵਾਸਤੇ ਤੀਜੀ ਸੀਟ ਗਠਿਤ ਕੀਤੀ ਗਈ। ਲੇਕਿਨ ਤੁਸੀਂ ਦੇਖੋ, ਨਾ ਤਾਂ ਬਹਬਲ ਕਲਾਂ ਦੇ ਕੇਸ ਦੇ ਵਿੱਚ, ਨਾ ਹੀ ਕੋਟਕਪੂਰਾ ਕੇਸ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਪ੍ਰੋਗਰੈਸ ਉਹਨਾਂ ਵੱਲੋਂ ਨਹੀਂ ਹੋਇਆ। ਸਗੋਂ ਇੱਕ SIT ਦੇ ਮੁਖੀ ਨੇ ਮੰਗ ਕੀਤੀ ਮੇਰੇ ਵੱਲੋਂ ਲਿਖਤੀ ਤੌਰ ਤੇ ਕਿ ਤੁਸੀਂ ਦੋਗੀ ਬਾਦਲ ਪਰਿਵਾਰ ਦੇ ਖਿਲਾਫ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਖਿਲਾਫ ਐਵੀਡੈਂਸ ਕੀ ਹੈ। ਦੇਖੋ, ਇਨਵੈਸਟੀਗੇਸ਼ਨ ਉਹ ਕਰ ਰਹੇ ਨੇ, ਫਾਈਲ ਉਹਨਾਂ ਦੇ ਕੋਲ ਹੈ। ਅਸੀਂ ਜੋ ਇਨਵੈਸਟੀਗੇਸ਼ਨ ਕੀਤੀ ਸੀ ਉਹ ਸਾਰਾ ਕੁਝ ਉਹਨਾਂ ਦੇ ਕੋਲ ਹੈ ਤੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੈ कि वो एविडेंस कट के ले आऊँ कि एविडेंस की है। और दूसरी जो SIT है वो कह रही है
कि जो LK यादव वाली SIT है वो कोई चीज़ साढ़े नाल साझा नहीं करती, तो इस करके साड़ी प्रोग्रेस नहीं हो रही है। तो ये भी देखो एक दूसरे ते ब्लेम गेम चल रहा है। तो 7 साल हो गए जी, 7 सालों के विच ये भी डिसाइड नहीं होया कि इन्हां केसां दी तफ्तीश कौन करेगा जी। ठीक है, मेरी इन्वेस्टिगेशन दे विच कोई गलती है तो वो जिला अदालत ट्रायल के दौरान साबित करेगी कि इन्वेस्टिगेशन दे विच कमी है। वो उदों होगा जदों सारे गवाहां दा बयान, सरदार तरलोचन सिंह जी साबका चेयरपर्सन कट गिनती कमीशन, वो साडे गवाह, साबका जथेदार तख्त श्री पटना साहिब, वो साडे गवाह, इस तरीके दे साडे गवाह ने। उन्हां गवाहां नूं तुसीं अदालत दे विच क्यों नहीं बुला रहे हो? डर क्यों रहे हो? मैं ये पूछना चाहता हाँ, डर क्यों रहे हो? जदों वो गवाह आ जाणगे फिर सारा भेद खुल जाएगा। इस करके नहीं चाहुंदे कि उन्हां दे गवाहां दा बयान होवे जी। तां इन्हां ने एक सीधा रास्ता अपनाया है जी, सिविल लिटिगेशन फाइल करो और सरकार दे नूं ते सरकार दे जिहड़े लोक ने उन्हां नूं अपने वल करके तुसीं कुछ रफा दफा करवा लो। मैं नहीं कहंदा फैसला होना चाहिए है, लेकिन सब तो पहला फैसला जिला ते सैशन अदालत फरीदकोट दे विच होना चाहिए है। उस तो बाद जिथे मर्जी अपील होवे, साडी तफ्तीश दे विच कोई खामी होवे तो वो सारा कुछ उहदे विच आ जाएगा। लेकिन जदों तक गवाहां दा बयान नहीं हुंदा है उदों तक संगत नूं गुमराह, आम जनता नूं गुमराह किया जाना बनदा नहीं है जी। जो ये सारा कुछ हुंदा आ रहा है, तां ही मैं मानयोग चीफ मिनिस्टर साहब, जो साडी सरकार दे चीफ मिनिस्टर साहब ने 2 चिट्ठियां लिख के, एक चिट्ठी 20 मार्च नूं लिखी सी, दूसरी चिट्ठी 19 मई नूं लिखी सी। चिट्ठी लिख के मैं जानू करवाया इस करके कि उन्होंने पता लग जाए कि इन्हां केसां दा इंपोर्टेंस की है तो सच्चाई की है। इस करके मैं जानू करवाया सी। तो एक केस होर भी मानयोग हाई कोर्ट दे विच चल रहा है बहबल कलां वाला। तो मैं यही बेनती करांगा कि जो भी सुनवाई है ट्रायल होना चाहिए है जी, ट्रायल होना चाहिए है। तफ्तीश सही है गलत है ये ट्रायल दे विच पता चलना है, जदों गवाह अपनी गवाही देंगे अदालत दे विच। लेकिन एक गवाही तो डरते नहीं जी, जदों गवाही जदों शुरू हो जाएगी तो सारा भेद खुल जाना है। इस करके मेरी यही बेनती है कि राजनीति बंद होनी चाहिए है जी। 7 साल तो केवल राजनीति होंदी आई है, हुण राजनीति बंद होनी चाहिए है और गवाहां दा बयान जिला ते सैशन अदालत दे विच होना चाहिए है। मैं अज मत्था टेकन वास्ते आया सी बरगाड़ी ते बुर्ज जवाहर सिंह वाला, जिथे 7 साल पूरे होने तो बाद संगत वालों उत्थे अरदास की जाती है। उस उपरांत मैं इत्थे सुखराज सिंह जी जो कई महीनों तो इत्थे प्रोटेस्ट कर रहे हैं, जदों साडी सरकार आई है उस तो बाद मैं पहली बार इन्हां दे कोल आया हाँ। इस तो पहला बहुत सारे लोग सरकार दे नुमाइंदे इन्हां दे कोल आ चुके हैं। जदों असीं इलैक्शन लड़ रहे सी, कैंपेनिंग चल रही सी, उस दौरान मैं आया सी इन्हां दे कोल। मैं सांत्वना इन्हां नूं दे के गया सी कि साडी सरकार जदों आऊगी तो असीं पूरी कार्रवाई करांगे। तो मैनूं पूरी उम्मीद है कि कार्रवाई होगी। और 7 साल लंघ गए ठीक है, लेकिन हुण टाइम है कि हुण टाइम लंघना नहीं चाहिए है। छेती तो छेती इंसाफ होना चाहिए है। थैंक यू।